खरसो हीरा छाड़ के कर है आन की आस ते नर दोजक जाहेंगे सत भाखै रविदास ऐसा चाहूं राज में जहाँ मिले सबन को अन्न छोट बड़े सब सम बसे रविदास रहे प्रसन्न छोट बड़े सब सम बसे रविदास रहे प्रसन्न सतनाम एक कड़ी सिमरन करो नहीं लागे कलु क्लेश प्रभु के दरबार में होवे उजल पेश एक कड़ी सिमरन करो नहीं लागे कलु कलेश प्रभु के दरबार में होवे उजल पेश पतत उदाहरण पार ब्रह्म गुरु अविनाशी आप श्रेष्ठ पुरुष का संग करो शुभ गुण मन में थाप
अथाह प्रभु हर तनी है, गुर का नाम अतोल, सवास अमोलक सफल कर, जिसका ना कोई मोल, रविदास कहे आश्चर्य वह, हर मिलने की रीत, श्वासा बिरथा ना तजो, मन कर करो प्रीत, रविदास कहे आश्चर्य वह, हर मिलने की रीत, श्वासा बिरथा ना तजो, मन कर करो प्रीत, मन कर करो प्रीत। सतनाम 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 जी। एक कड़ी सिमरन करो, नहीं लागे कलू क्लेश, प्रभु के दरबार में होवे उज्जल पेश, पतित उदाहरण पार ब्रह्म, गुरु अविनाशी आप, श्रेष्ठ पुरुष का संग करो, शुभ गुण मन में थाप, अथा प्रभु हर तनी है, गुर का नाम अतोल, सवास अमोलक सफल कर, जिसका ना कोई मोल, रविदास कहे आश्चर्य वह, हर मिलने की रीत, श्वासा बिरथा ना तजो, मन कर करो प्रीत, मन कर करो प्रीत। जपो जी
ਸਤਨਾਮ ਸਤਨਾਮ। ਤੇਰਾ ਨਾਮ ਸਦਾ ਸਤਨਾਮ। ਪਰਮ ਸਤਿਕਾਰਯੋਗ ਧੰਨ ਧੰਨ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਇਕੱਤਰ ਹੋਈ ਸਤਿਗੁਰਾਂ ਦੀ ਪਾਵਨ ਔਰ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ। 32 ਨੰਬਰ ਪਦਾ ਜੋ ਕਿ 107 ਨੰਬਰ ਅੰਕ ਤੇ ਸੁਸ਼ੋਭਿਤ ਹੈ। ਇਹ ਪਾਵਨ ਸ਼ਬਦ ਅੱਜ ਸਾਨੂੰ ਹੁਕਮਨਾਮੇ ਦੇ ਰੂਪ ਦੇ ਵਿੱਚ ਬਖਸ਼ਿਸ਼ ਹੋਇਆ ਹੈ। ਤੋ ਆਓ ਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਓਟ ਆਸਰਾ ਲਈਏ ਔਰ ਅੱਜ ਦੇ ਇਸ ਪਾਵਨ ਸ਼ਬਦ ਦੇ ਵਿਚਾਰ ਨੂੰ ਸਾਂਝਾ ਕਰਨ ਦਾ ਯਤਨ ਕਰੀਏ। ਏਕ ਘੜੀ ਸਿਮਰਨ ਕਰੋ, ਨਹੀਂ ਲਾਗੇ ਕਲੂ ਕਲੇਸ਼। प्रभु के दरबार में होवे उज्जल पेश। ਜਦੋਂ ਅਸੀਂ ਰੱਬ ਦਾ ਨਾਮ ਲੈਂਦੇ ਹਾਂ ਨਾ, ਸਵੇਰੇ ਲੈਂਦੇ ਹਾਂ ਜਾਂ ਸ਼ਾਮ ਨੂੰ ਲੈਂਦੇ ਹਾਂ, ਗੁਰਾਂ ਦਾ ਨਾਮ ਲੈਂਦੇ ਹਾਂ ਜਾਂ ਦਿਹਾੜੀ ਦੇ ਵਿੱਚ, ਹੋਰ ਕਿਸੇ ਵੀ ਸਮੇਂ ਅਸੀਂ ਜਦੋਂ ਰੱਬ ਦਾ ਨਾਮ ਲੈਂਦੇ ਹਾਂ ਤੇ ਇੱਕ ਅਰਦਾਸ ਕਰਦੇ ਹਾਂ। ਅਸਲ ਵਿੱਚ ਉਹ ਨਾਮ ਜਦੋਂ ਵੀ ਆਪਾਂ ਲੈਂਦੇ ਹਾਂ ਨਾ, ਉਹਦੇ ਪਿੱਛੇ ਕਾਰਨ ਹੁੰਦਾ ਆ। ਉਹ ਆਪਾਂ ਅਰਦਾਸ ਹੀ ਕਰਦੇ, ਪਰਮਾਤਮਾ ਕਿਰਪਾ ਰੱਖੀ, ਮਾਲਕਾ ਸਾਡੇ ਕੰਮ ਸੁੱਖ ਸਵੀਲੀ ਨਾਲ ਹੋ ਜਾਣ, ਮਾਲਕਾ ਆਪਣੀ ਰਹਿਮਤ ਹੀ ਰੱਖੀ। ਭਾਵ ਅਸੀਂ ਰੱਬ ਕੋਲੋਂ ਸੁੱਖ ਹੀ ਮੰਗਿਆ ਆ। ਭਾਵੇਂ ਉਹ ਅਰਦਾਸ ਅਸੀਂ ਕਿਸੇ ਰੂਪ ਦੇ ਵਿੱਚ ਵੀ ਕੀਤੀ ਹੋਵੇ, ਲੇਕਿਨ ਮੰਗਦਾ ਹਰ ਕੋਈ ਪਰਮਾਤਮਾ ਕੋਲੋਂ ਸੁੱਖ ਹੀ ਆ। ਮੈਂ ਕਿਸੇ ਝਮੇਲੇ ਵਿੱਚ ਨਾ ਪਵਾਂ, ਮੈਂ ਕਿਸੇ ਦੁੱਖਾਂ ਦੇ ਗੇੜ ਵਿੱਚ ਨਾ ਫਸ ਜਾਵਾਂ, ਮੇਰੇ ਤੇ ਐਸੀ ਕਿਰਪਾ ਕਰ। ਹੁਣ ਗੁਰੂ ਕਹਿ ਰਹੇ ਆ ਕਿ ਭਾਈ ਜ਼ਰੂਰ ਕਿਰਪਾ ਹੋਏਗੀ, ਜ਼ਰੂਰ ਤੈਨੂੰ ਸੁੱਖ ਮਿਲੇਗਾ, ਜ਼ਰੂਰ ਤੈਨੂੰ ਸਾਰੇ ਦੁੱਖਾਂ ਤੋਂ ਅਸੀਂ ਮੁਕਤ ਕਰ ਦੇਵਾਂਗੇ। ਇਹ ਤਾਂ ਬੜੀ ਵਧੀਆ ਗੱਲ ਹੋ ਗਈ ਵੀ ਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਗੁਰਾਂ ਨੇ ਕਹਿ ਦਿੱਤਾ ਕਿ ਨਹੀਂ ਲਾਗੇ ਕਲੂ ਕਲੇਸ਼, ਕੋਈ ਤੇਰੇ ਕਲੇਸ਼ ਔਰ ਕਲ ਤੇਰੇ ਨਾਲ ਨਹੀਂ, ਭਾਵ ਤੈਨੂੰ ਤੰਗ ਨਹੀਂ ਕਰਨਗੇ, ਕੋਈ ਦੁੱਖ ਤੇਰੇ ਨੇੜੇ ਨਹੀਂ ਆਏਗਾ, ਕੋਈ ਰੋਗ ਤੈਨੂੰ ਆ ਕੇ ਤੰਗ ਨਹੀਂ ਕਰੇਗਾ, ਤੇਰਾ ਜੀਵਨ ਸੁੱਖਾਂ ਦੇ ਨਾਲ ਭਰ ਜਾਏਗਾ, ਤੇਰਾ ਜੀਵਨ ਆਨੰਦ ਦੇ ਨਾਲ ਭਰ ਜਾਏਗਾ। कहता बड़ी वधिया गल हो गई।
ਵੀ ਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਗੁਰਾਂ ਨੇ ਪ੍ਰਵਾਨ ਕਰ ਲਈ। ਤੇ ਮਹਾਰਾਜ ਜੀ ਕਹਿਣ ਲੱਗੇ, ਨਹੀਂ ਲਾਗੇ ਕਲੂ ਕਲੇਸ਼, ਕੋਈ ਕਲੂ ਕਲੇਸ਼ ਤੇਰੇ ਨੇੜੇ ਨਹੀਂ ਆਏਗਾ। ਲੇਕਿਨ ਇਹ ਹੋਏਗਾ, ਜੇ ਹੋਏਗਾ ਤਾਂ ਫਿਰ ਇਹਦੇ ਲਈ ਕਿਆ ਸਾਨੂੰ ਕੁਝ ਕਰਨਾ ਪਏਗਾ। ਤੇ ਮਹਾਰਾਜ ਜੀ ਨੇ ਹੁਕਮ ਬਖਸ਼ਿਸ਼ ਕੀਤਾ ਕਿ ਇੱਕ ਘੜੀ ਸਿਮਰਨ ਕਰੋ। ਕਿ ਜੇ ਭਾਈ ਤੂੰ ਆ ਚਾਹੁੰਦਾ ਹੈ ਨਾ ਵੀ ਸੁੱਖ ਹੀ ਮਿਲਦੇ ਰਹਿਣ, ਦੁੱਖ ਆਵੇ ਹੀ ਨਾ ਤੇਰੇ ਨੇੜੇ, ਤਾਂ ਫਿਰ ਇੱਕ ਘੜੀ ਸਿਮਰਨ ਕਰੋ। ਰੋਜ਼ ਮਹਾਰਾਜ ਜੀ ਕਹਿੰਦੇ ਇੱਕ ਘੜੀ ਤਾਂ ਸਿਮਰਨ ਕਰਿਆ ਕਰ। ਹੁਣ ਇੱਕ ਘੜੀ ਕਿੰਨੇ ਦੀ ਹੈ? 24 ਮਿੰਟ ਦੀ। ਹੁਣ 24 ਮਿੰਟ ਦਾ ਜਿਹੜਾ ਸਮਾਂ ਆ, ਇਹ ਸਵੇਰੇ ਵੀ ਆਪਾਂ ਸਮਾਂ ਕੱਢ ਕੇ ਰੱਬ ਦੀ ਬੰਦਗੀ ਕਰੀਏ, ਸ਼ਾਮੀ ਵੀ ਸਮਾਂ ਕੱਢ ਕੇ ਰੱਬ ਦੀ ਬੰਦਗੀ ਕਰੀਏ। ਉਂਝ ਤਾਂ ਭਾਵੇਂ ਸਾਰਾ ਦਿਨ ਨਾਮ ਜਪਦੇ ਰਹੀਏ, ਲੇਕਿਨ ਨਾ ਇੱਕ ਘੜੀ ਜਿਹੜੀ ਬੜੀ ਜ਼ਰੂਰੀ ਆ। ਇਹ ਜਿੱਦਾਂ ਕਹਿ ਲਓ ਨਾ ਬਈ ਇਹ ਤੋਂ ਵੱਧ ਜਪਿਆ ਉਹ ਲਾਹਾ ਹੀ ਹੈ, ਲੇਕਿਨ ਇਹ ਤੋਂ ਬਿਨਾਂ ਗੁਜ਼ਾਰਾ ਨਹੀਂ। ਇੱਕ ਘੜੀ ਦਾ ਸਿਮਰਨ ਜ਼ਰੂਰੀ ਹੈ। ਹੁਣ ਕਿਆ ਅਸੀਂ ਇੱਕ ਘੜੀ ਬੈਠਦੇ ਹਾਂ ਸਿਮਰਨ ਤੇ? 24 ਮਿੰਟ ਕਿਆ ਅਸੀਂ ਮਾਲਕ ਦੀ ਯਾਦ ਵਿੱਚ ਬੈਠਦੇ ਹਾਂ? ਤੇ ਜੇ ਬੈਠਦੇ ਹਾਂ ਤੇ ਫਿਰ ਵਾਅਦਾ ਹੈ ਗੁਰੂ ਮਹਾਰਾਜ ਜੀ ਦਾ, ਨਹੀਂ ਲਾਗੇ ਕਲੋ ਕਲੇਸ਼, ਕੋਈ ਕਲੇਸ਼ ਤੇਰੇ ਨੇੜੇ ਨਹੀਂ ਆਏਗਾ, ਕੋਈ ਦੁੱਖ ਤੇਰੇ ਨੇੜੇ ਨਹੀਂ ਆਏਗਾ। ਕਿਉਂਕਿ ਸਿਮਰਨ ਦਾ ਭਾਵ ਕੀ ਹੈ? ਨਾਮ ਜਪਣ ਦਾ ਅਰਥ ਕੀ ਹੈ? ਇਹਦਾ ਅਰਥ, ਇਹਦਾ ਭਾਵ ਇਹ ਹੈ ਵੀ ਅਸੀਂ ਪਰਮਾਤਮਾ ਦੀ ਸ਼ਰਨ ਵਿੱਚ ਚਲੇ ਜਾਣਾ। ਜੇ ਹੁਣ ਇੱਕ ਘੜੀ ਸਿਮਰਨ ਕੀਤਾ, ਇਹਦਾ ਮਤਲਬ ਹੈ ਵੀ ਅਸੀਂ ਇੱਕ ਘੜੀ ਦਾ ਜਿਹੜਾ ਸਮਾਂ ਆ ਉਹ ਮਾਲਕ ਦੇ ਨਾਲ ਬਤੀਤ ਕੀਤਾ ਆ। ਇੱਕ ਘੜੀ ਦਾ ਜਿਹੜਾ ਸਮਾਂ ਆ ਨਾ, ਉਹ ਅਸੀਂ ਮਾਲਕ ਦੇ ਨਾਲ ਬਤੀਤ ਕੀਤਾ ਆ, ਮਾਲਕ ਦੇ ਚਰਨਾਂ ਦੇ ਵਿੱਚ ਬਹਿ ਕੇ ਬਤੀਤ ਕੀਤਾ ਇੱਕ ਘੜੀ ਦਾ ਸਮਾਂ। ਹੁਣ ਸਵੇਰੇ ਵੀ ਇੱਕ ਘੜੀ ਬਹਿ ਗਏ ਆ, ਸ਼ਾਮੀ ਵੀ ਇੱਕ ਘੜੀ ਦਾ ਸਮਾਂ ਅਸੀਂ ਮਾਲਕ ਨਾਲ ਜੁੜੇ ਰਹੇ ਆ। ਤੇ ਸੱਚਾਈ ਹੈ, ਕੋਈ ਦੁੱਖ ਨਹੀਂ ਨੇੜੇ ਆਏਗਾ। ਪ੍ਰਭੂ ਕੇ ਦਰਬਾਰ ਮੇਂ ਹੋਵੇ ਉਜਲ ਭੇਸ਼, ਤੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਸਤਿਕਾਰੇ ਜਾਂਦੇ ਆ, ਉਹ ਵਡਿਆਈਆਂ ਪਾਉਂਦੇ ਆ ਜਿਹੜੇ ਮਾਲਕ ਦੇ ਬਣ ਜਾਂਦੇ ਆ। ਕਿਉਂਕਿ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਮਹਾਰਾਜ ਜੀ ਕਹਿੰਦੇ ਜਿਹਨੂੰ ਸਦੀਵੀ ਸੁਖ ਚਾਹੀਦਾ ਆ, ਜਿਹਨੂੰ ਸਦਾ ਲਈ ਸੁਖ ਚਾਹੀਦਾ ਆ, ਸ਼ਰਨ ਰਾਮ ਕੀ ਲੇ, ਉਹ ਰੱਬ ਦੀ ਸ਼ਰਨ ਵਿੱਚ ਆ ਜਾਏ। ਸਿਮਰਨ ਉਹ ਰੱਬ ਦੀ ਸ਼ਰਨ ਆ। ਨਾਮ ਜਪਣਾ ਇਹ ਪਰਮਾਤਮਾ ਦੀ ਸ਼ਰਨ ਵਿੱਚ ਬਹਿਣ ਦੇ ਬਰਾਬਰ ਹੈ। ਔਰ ਵੈਸੇ ਵੀ ਜਦੋਂ ਕਈ ਵਾਰੀ ਆਪਾਂ ਦੇਖਦੇ ਨਾ ਕਿ ਕੁਝ ਲੋਕ ਕੁਝ ਵੱਡੇ ਅਫਸਰਾਂ ਨਾਲ ਜੁੜੇ ਹੁੰਦੇ ਆ, ਕਈਆਂ ਦਾ ਸੰਬੰਧ ਜਿਹੜਾ ਨਾ ਵੱਡੇ ਵੱਡੇ ਲੀਡਰਾਂ ਦੇ ਨਾਲ ਹੁੰਦਾ ਆ, ਮੰਤਰੀ ਸਾਹਿਬਾਨਾਂ ਦੇ ਨਾਲ ਹੁੰਦਾ ਆ, ਤੇ ਛੇਤੀ ਫਿਰ ਉਹਨਾਂ ਨੂੰ ਕੋਈ ਕੁਝ ਕਹਿੰਦਾ ਨਹੀਂ। ਉਹ ਇਸ ਕਰਕੇ ਨਹੀਂ ਕਹਿੰਦਾ, ਕਹਿੰਦੇ ਭਾਈ ਵੀ ਇਹਦਾ ਜਿਹੜਾ ਸੰਬੰਧ ਹੈ ਨਾ ਉਹ ਬੜੇ ਵੱਡੇ ਮੰਤਰੀ ਦੇ ਨਾਲ ਆ,
ਇਹ ਬੰਦੇ ਦਾ ਸੰਬੰਧ ਜਿਹੜਾ ਆ ਇਹ ਬੜੇ ਤਕੜੇ ਅਫਸਰ ਦੇ ਨਾਲ ਆ। ਇਹਨੂੰ ਕੁਝ ਕਹਿਣ ਦਾ ਫਾਇਦਾ ਨਹੀਂ, ਇਹਦੇ ਪਿੱਛੇ ਦੇ ਅਫਸਰ ਦਾ ਹੱਥ ਆ। ਇਹਨੂੰ ਕੁਝ ਕਹਿਣ ਦਾ ਫਾਇਦਾ ਨਹੀਂ, ਇਹਦੇ ਉੱਪਰ ਭਾਈ ਕਿਸੇ ਵੱਡੇ ਲੀਡਰ ਦਾ ਹੱਥ ਆ। ਆਪਾਂ ਕਹਿੰਦੇ ਨਾ, ਦੇਖਦੇ ਨਾ, ਆਮ ਇਹ ਗੱਲ ਚੱਲਦੀ ਹੁੰਦੀ। ਤੇ ਭਾਈ ਦੁੱਖ ਕਲੇਸ਼ ਸਾਡੇ ਨੇੜੇ ਨਹੀਂ ਆਏਗਾ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਏਗਾ ਇਹਦੇ ਉੱਪਰ ਭਾਈ ਮਾਲਕ ਦਾ ਹੱਥ ਆ। ਇਹ ਰੋਜ਼ ਇੱਕ ਘੜੀ ਮਾਲਕ ਦੇ ਕੋਲ ਜਾਂਦਾ ਆ। ਇਹ ਰੋਜ਼ ਇੱਕ ਘੜੀ ਦਾ ਸਮਾਂ ਕੱਢ ਕੇ ਪਰਮਾਤਮਾ ਨੂੰ ਮਿਲਦਾ ਆ। ਇਹ ਰੋਜ਼ ਇੱਕ ਘੜੀ ਮਾਲਕ ਨੂੰ ਯਾਦ ਕਰਦਾ ਆ। ਇਹਦਾ ਮਾਲਕ ਨਾਲ ਸੰਬੰਧ ਹੈ, ਇਹਦਾ ਗੁਰੂ ਨਾਲ ਸੰਬੰਧ ਆ। ਇਹਦੇ ਉੱਪਰ ਸਤਿਗੁਰਾਂ ਦਾ ਹੱਥ ਆ। ਉਹ ਨੇੜੇ ਨਹੀਂ ਆਉਂਦੇ। ਜਿਵੇਂ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਫਰਮਾਇਆ ਨਾ ਕਿ ਉਰਵਾਰ ਪਾਰ ਕੇ ਦਾਨੀਆਂ ਲਿਖ ਲੈ ਹੁਆਲ ਪਤਾਲ, ਮੋਹਿ ਜਮ ਡੰਡ ਨਾ ਲਾਗੇ ਤਜਲੇ ਸਰਬ ਜੰਜਾਲ। ਮਹਾਰਾਜ ਜੀ ਕਹਿੰਦੇ ਆ ਚਿਤਰਗੁਪਤ, ਕਹਿੰਦੇ ਵੀ ਭਾਈ ਤੂੰ ਲੇਖ ਲਿਖਦਾ ਹੈ ਸਾਰਿਆਂ ਦੇ? ਕਹਿੰਦਾ ਮੈਂ ਲਿਖਦਾ ਹਾਂ ਜੀ। ਕਹਿੰਦੇ ਤੇਰੇ ਲੇਖਾਂ ਦੇ ਮੁਤਾਬਕ ਹੀ ਸਾਰਿਆਂ ਨੂੰ ਫਿਰ ਦੁੱਖ ਸੁੱਖ, ਖੁਸ਼ੀਆਂ, ਗਮ ਜਾਂ ਸਜ਼ਾ ਜਾਂ ਮਾਲਕ ਦੀ ਦਰਗਾਹ ਜਾਂ ਨਰਕ ਜਾਂ ਹੋਰ ਸਭ ਕੁਝ ਭੋਗਣਾ ਪੈਂਦਾ ਤੇਰੀ ਕਲਮ ਦੇ ਨਾਲ। ਉਹ ਕਹਿੰਦਾ ਜੋ ਮੈਂ ਆਪਣੀ ਕਲਮ ਨਾਲ ਲਿਖ ਦਿੱਤਾ ਨਾ, ਦਾ ਸਾਰਾ ਸਿਸਟਮ ਫਿਰ ਗਾਂ ਉਹੀ ਚੱਲਦਾ ਹੈ। ਕਿਸੇ ਨੂੰ ਕਿਹੜੀ ਜੂਨ ਮਿਲਣੀ ਹੈ, ਕਿਹੜਾ ਦੁੱਖ ਮਿਲਣਾ ਆ, ਨਰਕ ਮਿਲਣੇ ਆ, ਸਵਰਗ ਮਿਲਣੇ ਆ, ਉਹ ਕਹਿੰਦਾ ਸਭ ਮੇਰੀ ਜ਼ਿੰਮੇਵਾਰੀ ਹੈ। ਮੈਂ ਸਾਰਿਆਂ ਦੇ ਕਰਮ ਲਿਖਦਾ, ਮੈਂ ਸਾਰਿਆਂ ਦੇ ਕਰਮਾਂ ਦਾ ਹਿਸਾਬ ਕਿਤਾਬ ਰੱਖਦਾ। ਤੇ ਮਹਾਰਾਜ ਜੀ ਕਹਿਣ ਲੱਗੇ ਫਿਰ ਲਿਖ ਲਿਓ ਆਲ ਪਤਾਲ। ਮਹਾਰਾਜ ਜੀ ਕਹਿੰਦੇ ਚਲ ਏਦਾਂ ਕਰ, ਤੂੰ ਮੇਰੇ ਲੇਖੇ ਵਿੱਚ ਲਿਖ ਲਾ ਜੋ ਮਰਜੀ, ਜੋ ਤੇਰਾ ਮਨ ਕਰਦਾ ਲਿਖੀ ਜਾ, ਊਲ ਜਲੂਰ ਜੋ ਤੇਰਾ ਦਿਲ ਕਰਦਾ ਲਿਖੀ ਜਾ ਮੇਰੇ ਲੇਖੇ ਵਿੱਚ, ਜਿੰਨਾ ਮਰਜੀ ਮਾੜਾ ਬਣਾ ਦੇ। ਉਹ ਕਹਿਣ ਲੱਗਾ ਤੈਨੂੰ ਡਰ ਨਹੀਂ ਲੱਗਦਾ? ਮੇਰੀ ਲਿਖਤ ਦੇ ਮੁਤਾਬਕ ਗਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਸਜ਼ਾਵਾਂ ਹੋ ਸਕਦੀਆਂ ਆ, ਨਰਕ ਭੋਗਣੇ ਪੈ ਸਕਦੇ ਆ। ਕਿਆ ਤੁਹਾਨੂੰ ਮੇਰੇ ਤੋਂ ਡਰ ਨਹੀਂ ਲੱਗਦਾ? ਤੇ ਮਹਾਰਾਜ ਜੀ ਕਹਿੰਦੇ ਮੋਹੇ ਜਮ ਡੰਡ ਨਾ ਲਾਗੇ। ਨਹੀਂ ਲੱਗਦਾ ਭਾਈ ਡਰ। ਹੁਣ ਡਰ ਕਿਉਂ ਨਹੀਂ ਹੈ? ਕਿਉਂਕਿ ਉੱਪਰ ਹੱਥ ਕਿਹਦਾ ਆ? ਪਰਮਾਤਮਾ ਦਾ। ਉੱਪਰ ਰਹਿਮਤ ਕਿਹਦੀ ਹੈ? ਪਰਮਾਤਮਾ ਦੀ। ਇਸ ਕਰਕੇ ਜਿਨ੍ਹਾਂ ਦੇ ਉੱਪਰ ਰਹਿਮਤ ਉਹ ਮਾਲਕ ਦੀ ਵਰਸਦੀ ਹੈ ਨਾ, ਜਮ ਕੰਕਰ ਨੇੜੇ ਨਾ ਆਵੇ। ਇਹ ਨੇੜੇ ਵੀ ਨਹੀਂ ਜਾਂਦੇ ਉਹਨਾਂ ਦੇ। ਕੁਝ ਕਹਿਣਾ ਤਾਂ ਬੜੀ ਦੂਰ ਦੀ ਗੱਲ ਆ, ਇਹ ਦੁੱਖ ਕਲੇਸ਼ ਜਿਹੜੇ ਆ ਭਾਈ ਉਹਨਾਂ ਦੇ ਨੇੜੇ ਵੀ ਨਹੀਂ ਜਾਂਦੇ। ਜਿਹੜੇ ਮਾਲਕ ਨਾਲ ਜੁੜ ਜਾਂਦੇ ਉਹਨਾਂ ਨੂੰ ਪਤਾ ਵੀ ਭਾਈ ਇਹਦੇ ਉੱਪਰ ਮਾਲਕ ਦਾ ਹੱਥ ਆ। ਪ੍ਰਭੂ ਕੇ ਦਰਬਾਰ ਮੇ ਹੋਵੇ ਉਜਲ ਭੇਸ਼। ਨਾਮ ਦੀ ਕਮਾਈ ਕਰਨ ਵਾਲੀਆਂ ਜਿਹੜੀਆਂ ਰੂਹਾਂ ਆ ਉਹ ਮਾਲਕ ਦੇ ਘਰ ਵੀ ਸਤਿਕਾਰੀਆਂ ਜਾਂਦੀਆਂ ਨੇ, ਉਹਨਾਂ ਦੇ ਘਰ ਵੀ ਵਡਿਆਈਆਂ ਮਿਲਦੀਆਂ ਨੇ। ਪਤਿਤ ਉਦਾਹਰਣ ਪਾਰ ਬ੍ਰਹਮ। ਗੁਰੂ ਅਵਨਾਸ਼ੀ ਆਪ। श्रेष्ठ पुरुष का संग करो। शुभ गुण मन में थाप। पतित उदाहरण पार ब्रह्म, जो परमात्मा है, जो पार ब्रह्म है, परमात्मा और परमात्मा दा नाम
ਔਰ ਜਿਹੜਾ ਨਾਮ ਨਾਲ ਜੁੜ ਜਾਂਦਾ ਆ, ਜਿਹੜਾ ਪਰਮਾਤਮਾ ਨਾਲ ਜੁੜ ਜਾਂਦਾ ਆ, ਉਹਦਾ ਉद्धार ਜ਼ਰੂਰ ਹੁੰਦਾ ਆ। ਕਿਉਂਕਿ ਮਾਲਕ ਦਾ ਜਿਹੜਾ ਨਾਮ ਹੈ ਨਾ, ਇਹ ਪਾਪਾਂ ਨੂੰ ਨਾਸ਼ ਕਰਨ ਵਾਲਾ ਆ। ਇਹ ਪਾਪ ਦਾ ਅੰਤ ਕਰਨ ਵਾਲਾ ਆ। ਹਰ ਇੱਕ ਇਨਸਾਨ ਆਪਣੇ ਜੀਵਨ ਦੇ ਵਿੱਚ ਰੋਜ਼ ਕਰਮ ਕਰਦਾ ਆ, ਆਪਣੇ ਚੰਗੇ ਮਾੜੇ ਲੇਖ ਲਿਖਦਾ ਆ। ਉਹ ਸਾਰੇ ਲੇਖ ਉਹਦੀ ਕਿਸਮਤ ਦੇ ਵਿੱਚ ਜਮ੍ਹਾਂ ਹੁੰਦੇ ਰਹਿੰਦੇ ਆ। ਉਹ ਸਾਰੇ ਲੇਖ ਉਹਦੇ ਅਕਾਊਂਟ ਵਿੱਚ ਜਮ੍ਹਾਂ ਹੁੰਦੇ ਰਹਿੰਦੇ ਆ। ਔਰ ਜੋ ਜਮ੍ਹਾਂ ਕਰਦੇ ਹੋ ਫਿਰ ਬਾਅਦ ਵਿੱਚ ਅਸੀਂ ਖਾਂਦੇ ਹਾਂ, ਚਾਹੇ ਉਹ ਬੀਜ ਚੰਗਾ ਆ ਚਾਹੇ ਉਹ ਬੀਜ ਮਾੜਾ ਆ, ਉਹ ਖਾਣਾ ਪਏਗਾ। ਲੇਕਿਨ ਜਦੋਂ ਕੋਈ ਰੂਹ ਜਿਹੜੀ ਰੱਬ ਨਾਲ ਜੁੜਦੀ ਹੈ ਨਾ, ਹੁਣ ਮਾਲਕ ਨਾਲ ਜੁੜੇ ਆ ਤੇ ਮਾਲਕ ਕੀ ਕਰਦਾ ਫਿਰ? ਜੋ ਉਹਦਾ ਸਿਸਟਮ ਹੈ, ਜੋ ਕੁਦਰਤ ਦਾ ਕਾਨੂੰਨ ਆ, ਉਹਦੇ ਉਸ ਕਾਨੂੰਨ ਦੇ ਤਹਿਤ ਕਿ ਰੋਜ਼ ਬੰਦਗੀ ਕਰਨ ਵਾਲੀ ਜਿਹੜੀ ਰੂਹ ਹੈ, ਫਿਰ ਉਹਦੇ ਪਿਛਲੇ ਸਾਰੇ ਪਾਪ ਕਰਮ ਜਿਹੜੇ ਨਾ ਉਹ ਖਤਮ ਕਰ ਦਿੱਤੇ ਜਾਂਦੇ ਆ। ਉਹ ਖਤਮ ਕਰ ਦਿੱਤੇ ਜਾਂਦੇ ਆ। ਬਾਬਾ ਸਾਹਿਬ ਅੰਬੇਦਕਰ ਦਾ ਜਿਹੜਾ ਕਨਸਟੀਟਿਊਸ਼ਨ ਹੈ ਨਾ, ਉਹਦੇ ਵਿੱਚ ਵੀ ਇੱਕ ਕਾਨੂੰਨ ਆ, ਇੱਕ ਨਿਯਮ ਆ ਕਿ ਜਦੋਂ ਵੀ ਦੇਖਦੇ ਨਾ ਜੇਲ੍ਹਾਂ ਦੇ ਵਿੱਚ, ਆਪਾਂ ਕਈ ਵਾਰੀ ਕੋਈ ਬੰਦਾ ਬੜਾ ਵਧੀਆ ਆਪਣਾ ਸਮਾਂ ਪਾਸ ਕਰਦਾ, ਮੰਨ ਲਓ ਕਿ ਜੇ ਉਹਨੂੰ 5 ਸਾਲ ਦੀ ਸਜ਼ਾ ਮਿਲੀ ਤੇ ਬਿਲਕੁਲ ਡਿਸਿਪਲਿਨ ਦੇ ਵਿੱਚ ਰਹਿੰਦਾ ਆ, ਆਪਣੇ ਕੀਤੇ ਹੋਏ ਗੁਨਾਹ ਦਾ ਪਛਤਾਤਾਪ ਕਰਦਾ ਆ, ਡਿਸਿਪਲਿਨ ਦੇ ਵਿੱਚ ਰਹਿੰਦਾ ਆ, ਉੱਥੇ ਕਿਸੇ ਨਾਲ ਕੁਝ ਮਾੜਾ ਨਹੀਂ ਕਰਦਾ, ਮਾੜਾ ਬੋਲ ਨਹੀਂ ਬੋਲਦਾ, ਸਿਰਫ ਆਪਣਾ ਕਰਮ ਭੋਗਦਾ ਆ। ਔਰ ਜੋ ਉੱਥੇ ਦੇ ਕਾਇਦੇ ਕਾਨੂੰਨ ਆ ਉਹਨਾਂ ਨੂੰ ਫੋਲੋ ਕਰਦਾ ਆ, ਉਹਨਾਂ ਦੀ ਪਾਲਣਾ ਕਰਦਾ। ਉਹਦੇ ਇਸ ਆਚਰਣ ਨੂੰ ਦੇਖ ਕੇ ਨਾ ਫਿਰ ਉਹਦੀ ਸਜ਼ਾ ਜਿਹੜੀ ਹੈ ਉਹ ਕਹਿੰਦੇ ਘੱਟ ਕਰ ਦਿੱਤੀ ਜਾਂਦੀ। ਵੀ ਇਹਦਾ ਚੰਗਾ ਆਚਰਣ ਦੇਖ ਕੇ, ਇਹਦਾ ਚੰਗਾ ਸੁਭਾਅ ਦੇਖ ਕੇ, ਇਹਦੀ ਕਰਮ ਨੀਤ ਨੂੰ ਚੰਗਾ ਦੇਖ ਕੇ ਇਹਦੀ ਸਜ਼ਾ ਘੱਟ ਕਰ ਦਿੱਤੀ ਗਈ ਹੈ, ਸਜ਼ਾ ਇਹਦੀ ਮਾਫ ਕਰ ਦਿੱਤੀ ਗਈ ਹੈ। ਤੇ ਮਹਾਰਾਜ ਜੀ ਕਹਿੰਦੇ ਫਿਰ ਜਿਹੜਾ ਸਾਰੀ ਦੁਨੀਆ ਦਾ ਮਾਲਕ ਆ, ਉਹ ਵੀ ਕਹਿੰਦਾ ਤੂੰ ਭਾਈ ਆਪਣੇ ਕੀਤੇ ਹੋਏ ਗੁਨਾਹ ਤੋਂ ਤੌਬਾ ਕਰ ਲੈ ਤੇ ਗਾਂ ਤੋਂ ਗੁਨਾਹ ਕਰਨੇ ਛੱਡ ਦੇ। ਤੂੰ ਛੱਡ ਕੇ ਦਿਖਾ, ਤੇਰੇ ਪਿਛਲੇ ਗੁਨਾਹਾਂ ਤੇ ਕਾਂਟਾ ਮੈਂ ਮਾਰ ਦਵਾਂਗਾ। ਤੂੰ ਨੇਕ ਬਣ ਕੇ ਦਿਖਾ, ਤੂੰ ਚੰਗਾ ਬਣ ਕੇ ਦਿਖਾ। ਜੇ ਮੇਰੇ ਨਾਲ ਤੇਰਾ ਵਾਅਦਾ ਆ, ਤੇਰੇ ਨਾਲ ਮੇਰਾ ਵਾਅਦਾ ਆ, ਤੇਰੇ ਸਾਰੇ ਕੀਤੇ ਜਿਹੜੇ ਪਾਪ ਕਰਮ ਹੈ, ਤੇਰੇ ਸਾਰੇ ਕੀਤੇ ਗੁਨਾਹ ਜਿਹੜੇ ਉਹ ਮੈਂ ਖਤਮ ਕਰ ਦੇਵਾਂਗਾ। ਇੱਕ ਵਾਰੀ ਚੰਗਾ ਬਣ ਕੇ ਦਿਖਾ। ਉਹ ਚੰਗੇ ਕਿੱਦਾਂ ਬਣਨਾ ਹੈ? ਗੁਰੂ ਅਬਨਾਸੀ ਆਪ ਗੁਰੂ ਦੇ ਸ਼ਬਦ ਨਾਲ, ਗੁਰੂ ਦੀ ਬਾਣੀ ਨਾਲ। ਹੁਣ ਗੁਰੂ ਨਾਲ ਜੁੜਾਂਗੇ ਤਾਂ ਗੁਰੂ ਦੀ ਬਾਣੀ ਸੁਣਨ ਨੂੰ ਮਿਲੇਗੀ। ਜਦੋਂ ਗੁਰੂ ਦੀ ਬਾਣੀ ਸੁਣਨ ਨੂੰ ਮਿਲੇਗੀ ਤੇ ਬਾਣੀ ਵਿੱਚ ਕੀ ਹੈ? ਬਾਣੀ ਵਿੱਚ ਗਿਆਨ ਹੈ। ਔਰ ਉਸ ਗਿਆਨ ਦੀ ਬਦੌਲਤ, ਉਸ ਗਿਆਨ ਦੀ ਮਦਦ ਦੇ ਨਾਲ ਅਸੀਂ ਆਪਣੇ ਆਪ ਨੂੰ ਨੇਕ ਬਣਾ ਸਕਦੇ ਹਾਂ। ਫਰੀਦਾ ਸੋਈ ਸਰਵਰ ਢੂੰਡ ਲਹੋ, ਜਿੱਥੋਂ ਲੱਭੇ ਵੱਥ ਛੱਪੜ ਢੂੰਡੇ ਕਿਆ ਮਿਲੇ, ਚਿੱਕੜ ਡੁੱਬੇ ਹੱਥ।
ਉਹ ਮਹਾਰਾਜ ਜੀ ਕਹਿੰਦੇ ਭਾਈ ਜੇ ਲੱਭਣਾ ਹੀ ਆ ਤਾਂ ਫਿਰ ਸਾਗਰ ਦੇ ਵਿੱਚ ਜਾ ਕੇ ਗੋਤਾ ਲਾ। ਜੇ ਕੁਝ ਹਾਸਲ ਹੀ ਕਰਨਾ ਆ ਤਾਂ ਫਿਰ ਸਾਗਰ ਦੇ ਵਿੱਚ ਜਾ ਕੇ ਡੁਬਕੀ ਲਾ। ਹੁਣ ਸਾਗਰ ਦੇ ਵਿੱਚ ਜਾਏਗਾ, ਕਈ ਰਤਨਾਂ ਦਾ ਮਾਲਕ ਬਣੇਗਾ ਤੇ ਆਪਣੇ ਆਪ ਦੀ ਮੈਲ ਵੀ ਲਾ ਲਏਗਾ। ਛੱਪੜ ਢੂੰਡੇ ਕਿਆ ਮਿਲੇ। ਹੁਣ ਜੇ ਛੱਪੜ ਦੇ ਵਿੱਚ ਭਾਈ ਡੁਬਕੀ ਲਾਵਾਂਗੇ ਤੇ ਮਿਲਣਾ ਕੀ ਹੈ? ਕੁਝ ਨਹੀਂ ਮਿਲਣਾ। ਚਿੱਕੜ ਡੁੱਬੇ ਹੱਥ ਤੇ ਆਪਣੇ ਆਪ ਨੂੰ ਇਸ ਕਦਰ ਚਿੱਕੜ ਦੇ ਨਾਲ ਲਵੇੜ ਲਵਾਂਗੇ, ਫਿਰ ਸਾਡੇ ਕੋਲ ਨੇੜੇ ਵੀ ਨਹੀਂ ਆ ਕੇ ਬੈਠੇਗਾ। ਇੱਦਾਂ ਹੁੰਦਾ ਨਾ ਵੀ ਜਿੱਦਾਂ ਅਗਰ ਕੋਈ ਥੋੜਾ ਬਹੁਤਾ ਬੰਦਾ ਮੈਲੇ ਕੱਪੜਿਆਂ ਵਾਲਾ ਹੋਵੇ ਜਾਂ ਉਹਦੇ ਕੋਲ ਮਲ ਮੂਤਰ ਦੀ ਬਦਬੂ ਆਉਂਦੀ ਹੋਵੇ ਤਾਂ ਉਹਦੇ ਕੋਲ ਬਹਿਣਾ ਬੜਾ ਔਖਾ ਹੋ ਜਾਂਦਾ ਆ, ਬੜਾ ਔਖਾ ਹੋ ਜਾਂਦਾ ਉਹਦੇ ਕੋਲ ਬਹਿਣਾ। ਕਈ ਲੋਕ ਬਹਿੰਦੇ ਨਹੀਂ, ਬੜੀ ਘ੍ਰਿਣਾ ਕਰਦੇ, ਦੂਰ ਚਲੇ ਜਾਂਦੇ ਆ। ਔਰ ਇੱਕ ਸੱਚਾਈ ਹੈ, ਬਸ ਉਹ ਮਾੜੀ ਸੰਗਤ ਜਿਹੜੀ ਹੈ ਨਾ ਉਹ ਇੱਦਾਂ ਹੀ ਹੈ। ਹੁਣ ਮਾੜੀ ਸੰਗਤ ਦੇ ਵਿੱਚ ਰਵਾਂਗੇ ਤੇ ਸਾਡੀ ਜਿਹੜੀ ਗਿਣਤੀ ਉਹ ਵੀ ਮਾੜਿਆਂ ਵਿੱਚ ਆ ਜਾਏਗੀ। ਜਿੰਨੀ ਸੰਗਤ ਮਾੜੀ ਹੋਏਗੀ ਉਤਨੇ ਅਸੀਂ ਔਗਣਾਂ ਨਾਲ ਭਰਾਂਗੇ। ਜਿਤਨੇ ਔਗਣ ਮਾੜੇ ਹੋਣਗੇ ਉਹਨਾਂ ਮਾੜੇ ਔਗਣਾਂ ਦੀ ਜਿਹੜੀ ਬਦਬੂ ਹੈ, ਉਸ ਬਦਬੂ ਦੇ ਕਾਰਨ ਕੋਈ ਨੇਕ ਬੰਦਾ ਸਾਡੇ ਲਾਗੇ ਨਹੀਂ ਬੈਠੇਗਾ। ਹੁਣ ਫੈਸਲਾ ਸਾਡੇ ਹੱਥ ਵਿੱਚ ਆ, ਅਸੀਂ ਆਪਣੇ ਆਪ ਨੂੰ ਚਿੱਕੜ ਦੇ ਨਾਲ ਲਵੇੜਨਾ ਆ ਜਾਂ ਅਸੀਂ ਆਪਣੇ ਆਪ ਨੂੰ ਸਾਗਰ ਦੇ ਵਿੱਚ ਡੁਬਕੀ ਲਾ ਕੇ ਨਿਰਮਲ ਬਣਾਉਣਾ ਆ। ਸ੍ਰੇਸ਼ਟ ਪੁਰਸ਼ ਕਾ ਸੰਗ ਕਰੋ, ਇਸ ਕਰਕੇ ਭਾਈ ਚੰਗੇ ਲੋਕਾਂ ਦੀ ਸੰਗਤ ਕਰਿਆ ਕਰੋ, ਚੰਗੇ ਗੁਰਮੁਖਾਂ ਦੀ ਸੰਗਤ ਕਰਿਆ ਕਰੋ। ਸ਼ੁਭ ਗੁਣ ਮਨ ਮੇ ਥਾਪ, ਆਪਣੇ ਮਨ ਨੂੰ ਚੰਗੇ ਗੁਣਾਂ ਦੇ ਨਾਲ ਆਪਾਂ ਭਰ ਕੇ ਰੱਖਣਾ ਆ। ਅਥਾ ਪ੍ਰਭੂ ਹਰ ਧਨੀ ਹੈ, ਗੁਰ ਕਾ ਨਾਮ ਅਤੋਲ। ਸਵਾਸ ਅਮੋਲਕ ਸਫਲ ਕਰ, ਜਿਸ ਕਾ ਨਾ ਕੋਈ ਮੋਲ। ਅਥਾ ਪ੍ਰਭੂ ਹਰ ਤਨੀ ਹੈ। ਅਥਾ ਤੋਂ ਭਾਵ ਜਿਹਦਾ ਕੋਈ ਇੱਕ ਪੱਕਾ ਥਾਂ ਨਹੀਂ ਹੈ, ਪੱਕਾ ਟਿਕਾਣਾ ਨਹੀਂ ਹੈ। ਆਪਾਂ ਸਾਰਿਆਂ ਕੋਲ ਇੱਕ ਪੱਕਾ ਟਿਕਾਣਾ ਨਾ, ਜੇ ਆਪਾਂ ਇੱਥੇ ਤਾਂ ਆਪਾਂ ਕਿਤੇ ਹੋਰ ਥੋੜ੍ਹੀ ਹੋ ਸਕਦੇ ਇੱਕੋ ਸਮੇਂ। ਜੇ ਆਪਾਂ ਇੱਕ ਸਮੇਂ ਇਸ ਵੇਲੇ ਬੂਟਾ ਮੰਡੀ ਦੇ ਵਿੱਚ ਆ ਤੇ ਆਪਾਂ ਕਿਤੇ ਹੋਰ ਨਹੀਂ ਹੋ ਸਕਦੇ। ਜੇ ਉਹ ਹੋਰ ਪਾਸੇ ਹੋਵਾਂਗੇ ਤੇ ਬੂਟਾ ਮੰਡੀ ਦੇ ਵਿੱਚ ਨਹੀਂ ਹੋਵਾਂਗੇ। ਇਸੇ ਤਰ੍ਹਾਂ ਜਿਹੜਾ ਮਾਲਕ ਆ ਉਹ ਸਰਵ ਵਿਆਪਕ ਹੈ, ਉਹ ਸਰਵ ਵਿਆਪਕ ਹੈ। ਕਾ ਮਥੁਰਾ ਕਾ द्वारका का काशी हरिद्वार, रविदास खोजा दिल अपना तौ मिलिया दिलदार। ਜਿੱਥੇ ਮਰਜ਼ੀ ਚਲੇ ਜਾਓ, ਮਾਲਕ ਨਾਲ ਮਿਲਾਪ ਕਦ ਹੋਣਾ ਹੈ? ਜਦ ਮਾਲਕ ਦੇ ਬਣ ਜਾਵਾਂਗੇ। ਅਥਾ ਪ੍ਰਭੂ ਹਰ ਧਨੀ ਹੈ। ਮਹਾਰਾਜ ਜੀ ਕਹਿੰਦੇ ਬੜਾ ਧਨੀ ਹੈ। ਗੁਰ ਕਾ ਨਾਮ ਅਤੋਲ, ਗੁਰੂ ਜਿਹੜਾ ਨਾਮ ਸਾਡੇ ਝੋਲੀ 'ਚ ਪਾਉਂਦੀ ਉਹਦੀ ਕੋਈ ਕੀਮਤ ਨਹੀਂ। ਸਵਾਸ ਅਮੋਲਕ ਸਫਰ ਕਰ, ਜਿਸ ਕਾ ਨਾ ਕੋਈ ਮੋਲ। ਪਾਈਏ ਜਿਹੜੇ ਸਵਾਸ ਮਾਲਕ ਨੇ ਤੈਨੂੰ ਬਖਸ਼ਿਸ਼ ਕੀਤੇ ਆ, ਸਿਮਰਨ ਕਰਕੇ ਇਹਨਾਂ ਸਾਹਾਂ ਨੂੰ ਰੱਬ ਦੇ ਲੇਖੇ ਲਾ ਦੇ। ਐਵੇਂ ਅਜਾਈ ਇਹਨਾਂ ਸਾਹਾਂ ਨੂੰ ਨਾ ਗਵਾ। ਇਹ ਸਾਹ ਬੜੇ ਕੀਮਤੀ ਹੈ, ਇਹ ਬਾਰ-ਬਾਰ ਨਹੀਂ ਲੱਭਣਗੇ। ਆਓ ਭਾਈ ਇਹਨਾਂ ਸਾਹਾਂ ਤੇ ਰੱਬ ਦਾ ਨਾਮ ਲਿਖ ਦਈਏ। ਆਓ ਆਪਣੇ ਇਹਨਾਂ ਸਾਹਾਂ ਤੇ ਗੁਰੂ ਦਾ ਨਾਮ ਲਿਖ ਦਈਏ। ਆਖਰ ਵਿੱਚ ਮਹਾਰਾਜ ਜੀ ਨੇ ਫਰਮਾਇਆ, ਰਬਦਾਸ ਕਹੇ ਆਸਚਰਯ ਵਹਿ,
हर मिलने की रीत, श्वासा बिरथा ना तजो, मन कर करो प्रीत, मन कर करो प्रीत। तो गुरु महाराज जी शब्द के आखिर में फरमाते हैं कि भाई स्वासा बिरथा नात जो मन कर करो प्रीत, कि आओ इन्हां साहां नूं बिरथ ना गवाईए, मन करके गुरु नाल सच्ची प्रीत पा लईए। और जिन्हां ने गुरु नाल सच्ची प्रीत पाई, जिन्हां ने मालिक नाल सच्चा प्रेम पाया, साच कहूँ सुन लेहो सब है, जिन प्रेम कियो तिन ही प्रभ पायो। बोल गुरु महाराज की जय। ਸਵੇਸੀ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ 32 ਨੰਬਰ ਪਦਾ ਜੋ ਕਿ 107 ਨੰਬਰ ਅੰਕ ਤੇ ਸੁਸ਼ੋਭਿਤ ਹੈ। ਵਿਚਾਰਾਂ ਕਰਦਿਆਂ ਅਕਸਰ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਨੇ, ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਬਖਸ਼ਣਹਾਰ ਹੈ, ਸੰਗਤ ਬਖਸ਼ਣਹਾਰ ਹੈ। ਕੋਈ ਭੁੱਲ ਚੁੱਕ ਦੀ ਖਿਮਾ ਕਰਿਓ। तो बहुत बहुत धन्यवाद है रविदासिया टीवी चैनल की सारी टीम का, समुची टीम का, जिन्हों ने ये महान उपराला आरंभिया है। और गुरु महाराज जी की कृपा नाल आप सब संगतां दा बड़ा प्यार मिल रहा है, बड़ा सहयोग मिल रहा है। और इस तरह आप जी वालों सहयोग मिलता रहे, आप जी वालों प्यार मिलता रहे। और गुरु महाराज जी का मेहर भरिया हथ इस समुची टीम ते रहे, ताकि इस तरह सेवा करते रहन। और गुरु महाराज जी की बाणी, गुरु महाराज जी के उपदेश, गुरु महाराज जी दियां बख्शिश कीतियां हुई सिक्ख्यावां नूं अपने इस रविदासिया टीवी चैनल के माध्यम के राही आप सब संगतां तक पहुँचाते रहन। सो बहुत बहुत धन्यवाद। जय गुरुदेव, धन गुरुदेव।